ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਪ੍ਰੇਜ਼ ਦ ਲਾਰਡ ਔਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ, ਸਹੀ ਸਲਾਮਤ ਹੋਵੋਗੇ। ਔਰ ਅੱਜ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ, ਖੁਸ਼ ਨਸੀਬ ਸਮਝਦਾ ਹਾਂ ਕਿ ਇੱਕ ਵਾਰ ਫੇਰ ਪਰਮੇਸ਼ਵਰ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਤੁਹਾਡੇ ਰੂਬਰੂ ਆ ਕੇ ਵਚਨਾਂ ਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਸ਼ੇਅਰ ਕਰ ਸਕਾਂ। ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਬੜਾ ਹੀ ਗੰਭੀਰ ਆ, ਬੜਾ ਹੀ ਸੁਣਨ ਵਾਲਾ ਆ ਔਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਸੁਣਿਓ ਔਰ ਇਸ ਨੂੰ ਜ਼ਰੂਰ ਆਪਣੇ ਜੋ ਮੈਂ ਵਚਨ ਬੋਲਾਂਗਾ ਕਾਪੀ ਦੇ ਵਿੱਚ ਵੀ ਜ਼ਰੂਰ ਨੋਟ ਕਰ ਸਕਦੇ ਹੋ ਤੁਸੀਂ। ਅੱਜ ਦਾ ਮੇਰਾ ਵਿਸ਼ਾ ਆ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਣਾ। ਖਾਸ ਕਰਕੇ ਮੈਂ ਚਾਹੁੰਦਾ ਹਾਂ ਨੌਜਵਾਨ ਪੀੜ੍ਹੀ ਇਸ ਨੂੰ ਜ਼ਰੂਰ ਸੁਣੇ, ਕਿਉਂਕਿ ਅੱਜ ਸਾਨੂੰ ਲੋੜ ਆ ਇਹਨਾਂ ਵਚਨਾਂ ਨੂੰ ਜਾਣਨ ਦੀ। ਅਸੀਂ ਇਹਨਾਂ ਵਚਨਾਂ ਨੂੰ ਜਾਣਦੇ ਹਾਂ ਪਰ ਸਾਨੂੰ ਚੇਤੇ ਨਹੀਂ ਆ, ਅਸੀਂ ਭੁੱਲੇ ਹੋਏ ਹਾਂ। ਹਾਲੇਲੂਇਆ। ਸੋ ਅੱਜ ਦਾ ਵਿਸ਼ਾ ਆ ਜ਼ੁਬਾਨ ਨੂੰ ਕਾਬੂ ਵਿੱਚ ਰੱਖਣਾ। ਤੇ ਸਵਾਲ ਉੱਠਦਾ ਆ ਕਿ ਅਸੀਂ ਅੱਜ ਆਪਣੀ ਜ਼ੁਬਾਨ ਨੂੰ ਕਾਬੂ ਦੇ ਵਿੱਚ ਰੱਖਿਆ ਹੋਇਆ ਹੈ। ਸਵਾਲ ਉੱਠਦਾ ਹੈ ਕਿ ਅਸੀਂ ਆਪਣੀ ਜੀਭ ਨੂੰ ਆਪਣੇ ਕਾਬੂ ਦੇ ਵਿੱਚ ਰੱਖਿਆ ਹੋਇਆ ਹੈ। ਮੇਰੇ ਅਜ਼ੀਜ਼ੋ, ਪਰਮੇਸ਼ਵਰ ਨੇ ਇਨਸਾਨ ਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ ਔਰ ਇਨਸਾਨ ਨੂੰ ਆਜ਼ਾਦੀ ਦਿੱਤੀ। ਉਹ ਆਪਣੀ ਮਰਜ਼ੀ ਦੇ ਨਾਲ ਦੇਖ ਸਕਦਾ ਹੈ, ਆਪਣੀ ਮਰਜ਼ੀ ਦੇ ਨਾਲ ਸੁਣ ਸਕਦਾ ਹੈ, ਆਪਣੀ ਮਰਜ਼ੀ ਦੇ ਨਾਲ ਤੁਰ ਸਕਦਾ ਆ, ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਜਾ ਸਕਦਾ ਆ, ਆਪਣੀ ਮਰਜ਼ੀ ਦੇ ਨਾਲ ਜੋ ਕੁਝ ਵੀ ਬੋਲ ਸਕਦਾ ਆ। ਔਰ ਇਹ ਇਨਸਾਨ ਦੇ ਉੱਤੇ ਆ ਕਿ ਅਸੀਂ ਚੰਗਾ ਬੋਲਣਾ ਆ ਜਾਂ ਮਾੜਾ ਬੋਲਣਾ ਆ। ਮੇਰੇ ਅਜ਼ੀਜ਼ੋ, ਤੁਹਾਨੂੰ ਪਤਾ ਜੀਭ ਇੱਕ ਅੱਗ ਦੀ ਤਰ੍ਹਾਂ ਆ। ਇਹ ਕਿਸੇ ਦਾ ਕਤਲ ਵੀ ਕਰ ਸਕਦੀ ਆ ਤੇ ਕਿਸੇ ਨੂੰ ਬਚਾ ਵੀ ਸਕਦੀ ਆ। ਹਾਲੇਲੂਇਆ। ਇਹ ਕਿਸੇ ਦਾ ਕਤਲ ਵੀ ਕਰ ਸਕਦੀ ਹੈ ਤੇ ਕਿਸੇ ਨੂੰ ਬਚਾ ਵੀ ਸਕਦੀ ਹੈ। ਇਹ ਜੀਭ ਇੱਕ ਅੱਗ ਆ। ਤੁਹਾਨੂੰ ਪਤਾ ਜੀਭ ਗਿੱਲੀ ਜਗ੍ਹਾ ਦੇ ਵਿੱਚ ਕਿਉਂ ਰਹਿੰਦੀ ਆ? ਕਿਉਂਕਿ ਇਹ ਜਦੋਂ ਬਾਹਰ ਨਿਕਲਦੀ ਹੈ ਅੱਗ ਲਾ ਦਿੰਦੀ ਹੈ। ਹਾਲੇਲੂਇਆ। ਇਹ ਜਦੋਂ ਬਾਹਰ ਨਿਕਲਦੀ ਹੈ ਤਾਂ ਅੱਗ ਲਾ ਦਿੰਦੀ ਹੈ। ਇਸ ਲਈ ਮੈਂ ਤੁਹਾਡੇ ਨਾਲ ਕੁਝ ਵਚਨ ਸ਼ੇਅਰ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਜਦੋਂ ਅਸੀਂ ਯਾਕੂਬ ਉਹਦਾ 3 ਅਧਿਆਏ 6 ਤੋਂ 12 ਤੱਕ ਮੈਂ ਤੁਹਾਡੇ ਨਾਲ ਪੜ੍ਹਨਾ ਚਾਹੂੰਗਾ। ਲਿਖਿਆ ਜੀਭ ਵੀ ਅੱਗ ਦੀ ਤਰ੍ਹਾਂ ਹੈ। ਹਾਲੇਲੂਇਆ। ਇੱਥੇ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਹੋਇਆ ਕਿ ਜੀਭ ਅੱਗ ਦੀ ਤਰ੍ਹਾਂ ਹੈ। ਅੱਗੇ ਲਿਖਿਆ ਜਿਸ ਵਿੱਚ ਬੁਰਾਈ ਦਾ ਪੂਰਾ ਸੰਸਾਰ ਹੈ। ਜੀਭ ਵਿੱਚ ਬੁਰਾਈ ਦਾ ਸਾਰਾ ਸੰਸਾਰ ਆ। ਸਾਰਾ ਸੰਸਾਰ ਬੁਰਾਈ ਵਿੱਚ ਆ, ਜੀਭ ਦੀ ਬੁਰਾਈ ਵਿੱਚ। ਲਿਖਿਆ ਸਾਡੇ ਸਰੀਰ ਦੇ ਅੰਗਾਂ ਵਿੱਚ ਜੀਭ ਇਹੋ ਜਿਹਾ ਅੰਗ ਹੈ ਜੋ ਸਾਡੇ ਸਰੀਰ ਨੂੰ ਭ੍ਰਸ਼ਟ ਕਰਦਾ ਹੈ। ਹੁਣ ਤੁਸੀਂ ਦੇਖੋ ਕਿ ਜੋ ਅਸਲ ਪਾਪ ਆ ਨਾ, ਉਹ ਜੀਭ ਦੇ ਦੁਆਰਾ, ਸਾਡੇ ਬੋਲਣ ਦੇ ਦੁਆਰਾ ਹੁੰਦਾ ਹੈ। ਸਾਡੇ ਬੋਲਣ ਦੇ ਦੁਆਰਾ ਪਾਪ ਹੁੰਦਾ ਹੈ। ਜੀਭ ਸਾਡੇ ਤੋਂ ਪਾਪ ਕਰਾਉਂਦੀ ਹੈ। ਅਸੀਂ 1 ਮਿੰਟ ਵਾਸਤੇ ਵੀ ਸੋਚਦੇ ਨਹੀਂ ਕਿ ਅਸੀਂ ਅਗਲੇ ਨੂੰ ਕੀ ਕਹਿੰਦੇ ਪਏ ਹਾਂ। ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਕੋਲੋਂ ਕਿਤੇ ਇਦਾਂ ਦੇ ਸ਼ਬਦ ਨਾ ਨਿਕਲ ਜਾਣ ਕਿ ਅਗਲੇ ਨੂੰ ਦੁੱਖ ਲੱਗੇ ਤਾਂ ਸਾਡੇ ਕੋਲ ਪਾਪ ਹੋ ਜਾਵੇ। ਹਾਲੇਲੂਇਆ। ਇਸ ਲਈ ਜੀਭ ਪਾਪ ਕਰਵਾਉਂਦੀ ਹੈ। ਸਾਨੂੰ ਸੋਚ ਸਮਝ ਕੇ ਪਹਿਲਾਂ ਸੋਚਣਾ ਚਾਹੀਦਾ ਹੈ, ਫਿਰ ਬੋਲਣਾ ਚਾਹੀਦਾ ਹੈ। ਲਿਖਿਆ ਇਹ ਆਪਣੀ ਅੱਗ ਨਰਕ ਕੁੰਡ ਵਿੱਚੋਂ ਪ੍ਰਾਪਤ ਕਰਦੀ ਹੈ ਤੇ ਸਾਡੇ ਸਾਰੇ ਸਰੀਰ ਨੂੰ ਅੱਗ ਵਿੱਚ ਘੇਰੀ ਰੱਖਦੀ ਹੈ। ਆਦਮੀ ਸਭ ਤਰ੍ਹਾਂ ਦੇ ਜੰਗਲੀ ਜਾਨਵਰਾਂ, ਪੰਛੀਆਂ, ਪੇਟ ਦੇ ਭਾਰ ਚੱਲਣ ਵਾਲੇ ਜੰਤੂਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਪ੍ਰਾਣੀਆਂ ਨੂੰ ਕਾਬੂ ਵਿੱਚ ਕਰ ਸਕਦਾ ਹੈ ਅਤੇ ਉਸਨੇ ਕੀਤੇ ਵੀ ਹਨ। ਪਰ ਆਦਮੀ ਜੀਭ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ, ਨਾ ਹੀ ਇਹ ਦੁਸ਼ਟ ਕਾਬੂ ਵਿੱਚ ਰਹਿਣ ਵਾਲੀ ਹੈ। ਹਾਲੇਲੂਇਆ। ਮੈਂ ਅੱਗੇ ਗੱਲ ਕੀਤੀ, ਪਰਮੇਸ਼ਵਰ ਨੇ ਸਾਨੂੰ ਆਜ਼ਾਦੀ ਦਿੱਤੀ ਹੈ। ਅਸੀਂ ਇਨਸਾਨ ਨੇ ਅੱਜ ਜਾਨਵਰਾਂ ਦੇ ਉੱਤੇ, ਪੰਛੀਆਂ ਦੇ ਉੱਤੇ ਤੇ ਹਰ ਇੱਕ ਚੀਜ਼ ਦੇ ਉੱਤੇ ਜੋ ਸੰਸਾਰ ਦੇ ਵਿੱਚ ਹੈ ਕਾਬੂ ਕੀਤਾ ਹੈ। ਲੇਕਿਨ ਇਨਸਾਨ ਆਪਣੀ ਜੀਭ ਨੂੰ, ਆਪਣੀ ਜ਼ੁਬਾਨ ਨੂੰ ਕਾਬੂ ਦੇ ਵਿੱਚ ਨਹੀਂ ਰੱਖ ਸਕਦਾ। ਜੀਭ ਨੂੰ ਦੁਸ਼ਟ ਕਿਹਾ ਗਿਆ ਹੈ। ਕਿਉਂ? ਕਿਉਂਕਿ ਅਸੀਂ ਮਾੜੇ ਬੋਲ ਬੋਲਦੇ ਹਾਂ, ਇਸ ਲਈ ਜੀਭ ਦੁਸ਼ਟ ਦਾ ਕੰਮ ਕਰਦੀ ਹੈ। ਹਾਲੇਲੂਇਆ। ਅੱਗੇ ਜਦੋਂ ਮੈਂ ਪੜ੍ਹਦਾ ਹਾਂ, ਲਿਖਿਆ ਜੋ ਭਿਅੰਕਰ ਜ਼ਹਿਰ ਨਾਲ ਭਰੀ ਹੋਈ ਹੈ। ਹਾਲੇਲੂਇਆ। ਅਸੀਂ ਇਸ ਨਾਲ ਆਪਣੇ ਪ੍ਰਭੂ ਪਿਤਾ ਦੀ ਉਸਤਤ ਕਰਦੇ ਹਾਂ ਤੇ ਫਿਰ ਇਸੇ ਨਾਲ ਮਨੁੱਖ ਜੋ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ ਗਿਆ ਹੈ ਸ਼ਰਾਪ ਦਿੰਦੇ ਹਾਂ। ਇਹ ਬੜਾ ਹੀ ਗੰਭੀਰ ਮਸਲਾ ਹੈ ਮੇਰੇ ਅਜ਼ੀਜ਼ੋ। ਅੱਜ ਅਸੀਂ ਸੰਡੇ ਨੂੰ ਚਰਚ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਅਸੀਂ ਬਹੁਤ ਧਾਰਮਿਕ ਹਾਂ। ਅਸੀਂ ਸੰਡੇ ਨੂੰ ਚਰਚ ਜਾਂਦੇ ਹਾਂ
ਅਸੀਂ ਪਰਮੇਸ਼ਵਰ ਦੀ ਉਸਤਤ ਕਰਦੇ ਹਾਂ, ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਾਂ, ਅਸੀਂ ਉਸ ਦੇ ਗੀਤ ਗਾਉਂਦੇ ਹਾਂ, ਅਸੀਂ ਦੁਆ ਕਰਦੇ ਹਾਂ, ਅਸੀਂ ਰੋਜ਼ੇ ਰੱਖਦੇ ਹਾਂ। ਲੇਕਿਨ ਜਦੋਂ ਅਸੀਂ ਚਰਚ ਤੋਂ ਬਾਹਰ ਆਉਂਦੇ ਹਾਂ, ਸਾਡੀ ਬੋਲੀ ਹੋਰ ਤਰ੍ਹਾਂ ਦੀ ਸੰਸਾਰ ਵਾਲੀ ਹੋ ਜਾਂਦੀ ਹੈ। ਵਚਨ ਕਹਿੰਦਾ ਹੈ ਕਿ ਤੁਸੀਂ ਆਪਣੀ ਜ਼ੁਬਾਨ ਨਾਲ ਪਰਮੇਸ਼ਵਰ ਦੀ ਉਸਤਤ ਵੀ ਕਰਦੇ ਹੋ ਤੇ ਇਸੇ ਜ਼ੁਬਾਨ ਨਾਲ ਤੁਸੀਂ ਮਾੜਾ ਚੰਗਾ ਵੀ ਬੋਲਦੇ ਹੋ। ਹਾਲੇਲੂਇਆ। ਇਸੇ ਜ਼ੁਬਾਨ ਨਾਲ ਤੁਸੀਂ ਅਸ਼ਬਦ ਕਹਿੰਦੇ ਹੋ, ਕਪਟ ਨਾਲ ਭਰੇ ਹੋਏ ਸ਼ਬਦ ਕਹਿੰਦੇ ਹੋ, ਤੁਸੀਂ ਇਸੇ ਜ਼ੁਬਾਨ ਨਾਲ ਗਾਲਾਂ ਕੱਢਦੇ ਹੋ। ਹਾਲੇਲੂਇਆ। ਜਦੋਂ ਮੈਂ ਅੱਗੇ ਪੜ੍ਹਦਾ ਆ, ਕਹਿੰਦਾ ਇਸੇ ਤਰ੍ਹਾਂ ਇੱਕ ਹੀ ਮੂੰਹ ਵਿੱਚੋਂ ਉਸਤਤ ਅਤੇ ਸ਼ਰਾਬ ਦੋਵੇਂ ਨਿਕਲਦੇ ਹਨ। ਹਾਲੇਲੂਇਆ। ਕਦੇ ਵੀ ਇੱਕ ਝਰਨੇ ਦੇ ਵਿੱਚੋਂ ਇੱਕ ਜਗ੍ਹਾ ਮਿੱਠਾ ਪਾਣੀ ਤੇ ਇੱਕ ਜਗ੍ਹਾ ਕੌੜਾ ਪਾਣੀ ਨਹੀਂ ਨਿਕਲ ਸਕਦਾ। ਜਾਂ ਤਾਂ ਉਹ ਮਿੱਠਾ ਹੋਵੇਗਾ ਜਾਂ ਕੌੜਾ। ਪਰ ਅਸੀਂ ਇੱਕ ਜ਼ੁਬਾਨ ਦੇ ਵਿੱਚੋਂ ਇੱਕ ਸਮੇਂ ਦੇ ਵਿੱਚ ਪਰਮੇਸ਼ਵਰ ਨੂੰ ਮੰਨਦੇ ਵੀ ਹਾਂ, ਉਸ ਦੀ ਉਸਤਤ ਵੀ ਕਰਦੇ ਹਾਂ, ਤੇ ਇਸੇ ਜ਼ੁਬਾਨ ਦੇ ਨਾਲ ਅਸੀਂ ਇੱਕ ਸਮੇਂ ਦੇ ਵਿੱਚ ਆਪਣੇ ਸੰਬੰਧੀਆਂ ਨੂੰ ਗਾਲਾਂ ਵੀ ਕੱਢਦੇ ਹਾਂ, ਗਲਤ ਸ਼ਬਦ ਵੀ ਯੂਜ਼ ਕਰਦੇ ਹਾਂ। ਅੱਜ ਸਵਾਲ ਉੱਠਦਾ ਕੀ ਇਹ ਸਾਨੂੰ ਕਰਨਾ ਚਾਹੀਦਾ ਹੈ? ਇਹ ਪਰਮੇਸ਼ਵਰ ਦੇ ਵਿਰੁੱਧ ਹੈ ਅਜ਼ੀਜ਼ੋ। ਜੀ ਹਾਂ, ਇਹ ਪਰਮੇਸ਼ਵਰ ਦੇ ਵਿਰੁੱਧ ਹੈ। ਮੈਂ ਇੱਕ ਘਮੰਡ ਵਾਲੀ ਗੱਲ ਕੋਈ ਨਹੀਂ ਕਵਾਂਗਾ, ਲੇਕਿਨ ਪਰਮੇਸ਼ਵਰ ਦੀ ਦਇਆ ਦੇ ਨਾਲ ਮੈਂ ਅੱਜ ਤੱਕ ਕਦੇ ਆਪਣੇ ਮੂੰਹ ਤੋਂ ਗਾਲ ਨਹੀਂ ਕੱਢੀ। ਮੈਂ ਨਹੀਂ ਜਾਣਦਾ ਇਹਦੇ ਵਿੱਚ ਕੀ ਕਾਰਨ ਆ। ਪਰਮੇਸ਼ਵਰ ਨੇ ਮੈਨੂੰ ਏਦਾਂ ਕਰਨ ਹੀ ਨਹੀਂ ਦਿੱਤਾ ਕਦੀ ਉਸਨੇ ਮੈਨੂੰ ਛੱਡਿਆ ਹੀ ਨਹੀਂ। ਜਦੋਂ ਮੈਂ ਪਾਪ ਦੇ ਵਿੱਚ ਡਿੱਗਣ ਲੱਗਦਾ ਹਾਂ, ਉਹ ਮੈਨੂੰ ਆਪਣਾ ਹੱਥ ਨਾਲ ਉਠਾ ਲੈਂਦਾ ਹੈ। ਹਾਲੇਲੂਇਆ। ਉਹ ਸਾਨੂੰ ਬਹੁਤ ਪਿਆਰ ਕਰਦਾ ਹੈ, ਉਹ ਸਾਨੂੰ ਬਹੁਤ ਪਿਆਰ ਕਰਦਾ ਹੈ। ਅੱਜ ਸਾਨੂੰ ਵੀ ਉਸ ਦੇ ਨਾਲ ਪਿਆਰ ਰੱਖਣਾ ਚਾਹੀਦਾ ਹੈ ਤੇ ਸਬੂਤ ਦੇਣਾ ਚਾਹੀਦਾ ਹੈ। ਉਸ ਦੀਆਂ ਆਗਿਆਵਾਂ ਨੂੰ ਮੰਨ ਕੇ ਸਬੂਤ ਦੇਣਾ ਚਾਹੀਦਾ ਹੈ ਕਿ ਅਸੀਂ ਉਹਦੇ ਚੇਲੇ ਹਾਂ। ਹਾਲੇਲੂਇਆ। ਸੋ ਮੈਂ ਅਗਲੇ ਵਚਨ ਦੇ ਉੱਤੇ ਜਦੋਂ ਆਉਂਦਾ ਆ, ਯਾਕੂਬ 1:26 ਦੇ ਵਿੱਚ ਲਿਖਿਆ, ਬੇਸ਼ੱਕ ਕੋਈ ਆਦਮੀ ਆਪਣੇ ਆਪ ਨੂੰ ਧਰਮੀ ਸਮਝੇ, ਪਰ ਜੇਕਰ ਉਹ ਆਪਣੇ ਮੂੰਹ ਤੋਂ ਕਾਬੂ ਨਹੀਂ ਰੱਖ ਸਕਦਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਉਸ ਦਾ ਧਰਮੀ ਹੋਣਾ ਵੀ ਵਿਅਰਥ ਹੈ। ਅਜ਼ੀਜ਼ੋ, ਕਈ ਵਾਰੀ ਸਾਨੂੰ ਗੁੱਸਾ ਚੜ ਜਾਂਦਾ ਆ, ਅਸੀਂ ਆਪਣੇ ਸੰਬੰਧੀਆਂ ਦੇ ਨਾਲ ਲੜ ਪੈਂਦੇ ਆ, ਆਪਣੇ ਦੋਸਤਾਂ ਦੇ ਨਾਲ, ਆਪਣੇ ਘਰ ਵਾਲਿਆਂ ਨਾਲ ਲੜ ਪੈਂਦੇ ਆ ਤੇ ਬਹੁਤ ਉਹਨਾਂ ਨੂੰ ਮਾੜਾ ਚੰਗਾ ਬੋਲ ਦਿੰਦੇ ਆ। ਲੇਕਿਨ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਸੀਂ ਇੱਕ ਜਗ੍ਹਾ ਆਪਣੇ ਆਪ ਨੂੰ ਧਰਮੀ ਵੀ ਕਹਿੰਦੇ ਆ ਕਿ ਅਸੀਂ ਤਾਂ ਬਹੁਤ ਧਰਮੀ ਆ, ਅਸੀਂ ਤਾਂ ਨਿਤ ਪ੍ਰਾਰਥਨਾ ਕਰਦੇ ਆ, ਅਸੀਂ ਤਾਂ ਨਿਤ ਬਾਈਬਲ ਪੜ੍ਹਦੇ ਆ, ਅਸੀਂ ਤਾਂ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਆ। ਲੇਕਿਨ ਅੱਜ ਜੇ ਤੁਹਾਡੀ ਜ਼ੁਬਾਨ ਮਾੜਾ ਬੋਲਦੀ ਆ, ਉਸੇ ਨਾਲ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਨੂੰ ਕਿੰਨਾ ਪਿਆਰ ਕਰਦੇ ਹੋ। ਅਜ਼ੀਜ਼ੋ, ਮੈਂ ਜਦੋਂ ਨਵਾਂ ਕਾਲਜ ਲੱਗਾ ਤੇ ਥੋੜੇ ਮਹੀਨਿਆਂ ਬਾਅਦ ਮੇਰੇ ਯਾਰ ਦੋਸਤ, ਤੁਹਾਨੂੰ ਪਤਾ ਹੀ ਆ, ਗਾਲਾਂ ਕੱਢਦੇ ਆ। ਅੱਜ ਕੱਲ ਕੁੜੀਆਂ ਬਹੁਤ ਜ਼ਿਆਦਾ ਅਸ਼ਬਦ ਬੋਲਦੀਆਂ ਆ। ਸੋ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇੱਕ ਮਸੀਹ ਪਰਿਵਾਰ ਤੋਂ ਆ, ਮੈਂ ਇੱਕ ਸੇਵਕਾਈ ਦੇ ਵਿੱਚ, ਮੈਂ ਸੇਵਾ ਦੇ ਵਿੱਚ ਹਾਂ, ਔਰ ਉਹਨਾਂ ਨੇ ਮੇਰੇ ਸਾਹਮਣੇ ਗਾਲਾਂ ਕੱਢਣੀਆਂ ਬੰਦ ਕਰ ਦਿੱਤੀਆਂ। ਇੱਕ ਮੇਰੇ ਦੋਸਤ ਨੇ ਕਿਹਾ, ਕਹਿੰਦਾ, ਕਰਨ, ਤੇਰੇ ਸਾਹਮਣੇ ਤਾਂ ਗਾਲ ਕੱਢਣ ਦਾ ਵੀ ਦਿਲ ਨਹੀਂ ਕਰਦਾ। ਹਾਲੇਲੂਇਆ। ਆਪਣੀ ਇਦਾਂ ਦੀ ਪਹਿਚਾਣ ਬਣਾਓ, ਇਦਾਂ ਦੀ ਪਹਿਚਾਣ ਬਣਾਓ ਕਿ ਲੋਕ ਕਹਿਣ, ਉਹ ਦੇਖੋ ਪਰਮੇਸ਼ਵਰ ਦਾ ਬੇਟਾ, ਉਹ ਦੇਖੋ ਪਰਮੇਸ਼ਵਰ ਦੀ ਬੇਟੀ। ਹਾਲੇਲੂਇਆ। ਜਦੋਂ ਮੈਂ ਅੱਗੇ ਆਉਂਦਾ ਆ, ਅਗਲਾ ਵਚਨ 1 ਪਤਰਸ 3:10 ਚ ਲਿਖਿਆ, ਧਰਮ ਗ੍ਰੰਥ ਇਸ ਬਾਰੇ ਕਹਿੰਦਾ ਹੈ, ਜੋ ਮਨੁੱਖ ਜੀਵਨ ਨੂੰ ਪਿਆਰ ਕਰਨਾ ਚਾਹੁੰਦਾ ਹੈ ਅਤੇ ਚੰਗੇ ਦਿਨ ਦੇਖਣਾ ਦਾ ਚਾਹਵਾਨ ਹੈ, ਉਹ ਆਪਣੀ ਜੀਭ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਧੋਖੇਬਾਜ਼ੀ ਤੋਂ ਬਚਾਵੇ। ਹਾਲੇਲੂਇਆ। ਇਹ ਵਚਨ ਸਾਨੂੰ ਹਮੇਸ਼ਾ ਚੇਤੇ ਰੱਖਣੇ ਚਾਹੀਦੇ ਹਨ। ਇਹ ਵਚਨ ਚੇਤੇ ਰੱਖਣੇ ਸਾਨੂੰ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਸੰਸਾਰ ਪਾਪ ਦੇ ਅੰਦਰ ਹੈ। ਸਾਰਾ ਸੰਸਾਰ ਪਾਪ ਦੇ ਅੰਦਰ ਡੁੱਬਿਆ ਹੋਇਆ ਹੈ। ਖਾਸ ਕਰਕੇ ਨੌਜਵਾਨ ਪੀੜ੍ਹੀ ਪਾਪ ਦੇ ਅੰਦਰ ਡੁੱਬੀ ਹੋਈ ਹੈ। ਲੇਕਿਨ ਇਹ ਵਚਨ ਸਾਨੂੰ ਹਮੇਸ਼ਾ ਚੇਤੇ ਰੱਖਣੇ ਚਾਹੀਦੇ ਹਨ ਕਿ ਅਸੀਂ ਕੀ ਕਹਿੰਦੇ ਪਏ ਹਾਂ, ਅਸੀਂ ਅਗਲੇ ਨੂੰ ਕੀ ਬੋਲਦੇ ਪਏ ਹਾਂ।
ਸਾਡੇ ਬੋਲ ਹਮੇਸ਼ਾ ਮਿੱਠੇ ਹੋਣੇ ਚਾਹੀਦੇ ਹਨ। ਸਾਡੇ ਬੋਲ ਹਮੇਸ਼ਾ ਮਿੱਠੇ ਹੋਣੇ ਚਾਹੀਦੇ ਹਨ ਅਤੇ ਮਿਠਾਸ ਹੋਣੀ ਚਾਹੀਦੀ ਹੈ। ਹਾਲੇਲੂਇਆ। ਫਿਰ ਪਤਾ ਲੱਗਦਾ ਹੈ ਕਿ ਇਹ ਪਰਮੇਸ਼ਰ ਦੇ ਬੇਟੇ ਅਤੇ ਬੇਟੀਆਂ ਹਨ। ਮੈਂ ਅੱਗੇ ਜਦੋਂ ਪੜ੍ਹਦਾ ਹਾਂ ਜ਼ਬੂਰ ਦੀ ਕਿਤਾਬ ਦੇ ਵਿੱਚ 34 ਉਹਦੀ 12 ਤੇ 13 ਦੇ ਵਿੱਚ ਲਿਖਿਆ ਹੈ, ਕੌਣ ਮਨੁੱਖ ਲੰਬਾ ਜੀਵਨ ਦਾ ਚਾਹਵਾਨ ਹੈ? ਕੌਣ ਹੈ ਜਿਹੜਾ ਲੰਬਾ ਜੀਵਨ ਗੁਜ਼ਾਰਨਾ ਚਾਹੁੰਦਾ ਹੈ, ਜਿਹੜਾ ਜ਼ਿਆਦਾ ਦਿਨ ਦੇਖਣਾ ਚਾਹੁੰਦਾ ਹੈ ਇਸ ਧਰਤੀ ਤੇ? ਲਿਖਿਆ ਕੌਣ ਬਹੁਤ ਸਾਰੇ ਦਿਨ ਚੰਗੇ ਗੁਜ਼ਾਰਨਾ ਚਾਹੁੰਦਾ ਹੈ, ਉਹ ਆਪਣੇ ਮੂੰਹ ਨੂੰ ਬੁਰਾਈ ਤੋਂ ਦੂਰ ਰੱਖੇ। ਹਾਲੇਲੂਇਆ। ਸ਼ਰਤ ਰੱਖ ਦਿੱਤੀ ਪਰਮੇਸ਼ਵਰ ਨੇ ਕਿ ਆਪਣੇ ਮੂੰਹ ਨੂੰ ਬੁਰਾਈ ਤੋਂ ਦੂਰ ਰੱਖੋ। ਹਮੇਸ਼ਾ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਵੋ, ਚੰਗਾ ਸੋਚੋ, ਚੰਗਾ ਬੋਲੋ, ਚੰਗਾ ਕਰੋ, ਚੰਗਾ ਦੇਖੋ, ਚੰਗਾ ਸੁਣੋ। ਹਾਲੇਲੂਇਆ। ਲਿਖਿਆ ਉਹ ਆਪਣੇ ਮੂੰਹ ਨੂੰ ਬੁਰਾਈ ਤੋਂ ਦੂਰ ਰੱਖੇ ਅਤੇ ਆਪਣੇ ਆਪ ਨੂੰ ਕਪਟ ਤੋਂ ਬਚਾਈ ਰੱਖੇ। ਕਿੰਨੇ ਅੱਛੇ ਤਰੀਕੇ ਦੇ ਨਾਲ ਪਵਿੱਤਰ ਬਾਈਬਲ ਬਿਆਨ ਕਰਦੀ ਹੈ ਕਿ ਸਾਨੂੰ ਕਿਸ ਤਰ੍ਹਾਂ ਆਪਣਾ ਜੀਵਨ ਗੁਜ਼ਾਰਨਾ ਚਾਹੀਦਾ ਹੈ। ਕੀ ਅਸੀਂ ਅੱਜ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰ ਰਹੇ ਹਾਂ? ਅੱਜ ਸੋਚਣ ਵਾਲੀ ਗੱਲ ਹੈ। ਮੇਰੇ ਅਜ਼ੀਜ਼ੋ, ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਆਏ। ਉਹਨਾਂ ਨੇ ਆਪਣੇ ਆਪ ਨੂੰ ਦੀਨ ਕੀਤਾ, ਉਹਨਾਂ ਨੇ ਕੋੜੀਆਂ ਨੂੰ ਸ਼ੁੱਧ ਕੀਤਾ, ਉਹਨਾਂ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਾਪ ਕੀਤੇ ਸੀ ਉਹਨਾਂ ਦੇ ਪਾਪ ਮਾਫ ਕਰ ਦਿੱਤੇ। ਅੱਜ ਸਾਨੂੰ ਵੀ ਇੱਕ ਦੂਸਰੇ ਦੇ ਪਾਪਾਂ ਨੂੰ ਮਾਫ ਕਰਨਾ ਚਾਹੀਦਾ ਹੈ। ਪਰਮੇਸ਼ਵਰ ਨੇ ਕਿਹਾ ਕਿ ਦੂਸਰੇ ਨੂੰ ਮਾਫ ਕਰੋ। ਸਾਨੂੰ ਅਗਰ ਪਰਮੇਸ਼ਵਰ ਸਾਡੇ ਪਾਪਾਂ ਨੂੰ ਯਾਦ ਨਹੀਂ ਰੱਖਦਾ, ਉਸਨੇ ਕਿਹਾ ਕਿ ਮੈਂ ਤੇਰੇ ਪਾਪਾਂ ਨੂੰ ਯਾਦ ਨਹੀਂ ਰੱਖਾਂਗਾ। ਜੇ ਉਹ ਸਾਡੇ ਪਾਪਾਂ ਨੂੰ ਯਾਦ ਨਹੀਂ ਰੱਖਦਾ, ਫਿਰ ਅਸੀਂ ਕਿਉਂ ਇੱਕ ਦੂਸਰੇ ਦੇ ਪਾਪਾਂ ਨੂੰ ਯਾਦ ਰੱਖਦੇ ਹਾਂ? ਕਿਉਂ ਇੱਕ ਦੂਸਰੇ ਦੀਆਂ ਬੁਰੀਆਂ ਗੱਲਾਂ ਨੂੰ ਯਾਦ ਰੱਖਦੇ ਹਾਂ? ਮੇਰੇ ਅਜ਼ੀਜ਼ੋ, ਸਾਨੂੰ ਨਮਰ ਰਹਿਣਾ ਚਾਹੀਦਾ ਹੈ, ਸਾਨੂੰ ਦੀਨ ਹੋ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਦੀਨ ਸੀ। ਉਸਨੇ 33.5 ਸਾਲ ਇਸ ਜਗਤ ਦੇ ਉੱਤੇ ਆਪਣਾ ਜੀਵਨ ਗੁਜ਼ਾਰਿਆ ਤੇ ਉਹ ਇੱਕ ਦਾਸ ਦਾ ਰੂਪ ਧਾਰ ਕੇ ਉਸਨੇ ਜੀਵਨ ਗੁਜ਼ਾਰਿਆ। ਹਾਲੇਲੂਇਆ। ਮੈਂ ਅੱਗੇ ਜਦ ਵਚਨ ਦੇ ਉੱਤੇ ਆਉਣਾ ਆ, ਅਗਲੇ ਵਚਨ ਦੇ ਉੱਤੇ, ਉੱਥੇ ਲਿਖਿਆ ਜ਼ਬੂਰ 12 ਦੀ 3 ਤੇ 4 ਜਦੋਂ ਮੈਂ ਪੜ੍ਹਦਾ ਆ, ਉੱਥੇ ਲਿਖਿਆ, ਹੇ ਪ੍ਰਭੂ ਤੂੰ ਚੋਪੜੀਆਂ ਗੱਲਾਂ ਕਰਨ ਵਾਲਿਆਂ ਮੂੰਹਾਂ ਨੂੰ ਬੰਦ ਕਰ ਤੇ ਹੰਕਾਰੀ ਜੀਭ ਨੂੰ ਕੱਟ ਦੇ। ਹਾਲੇਲੂਇਆ। ਕਹਿੰਦਾ ਤੂੰ ਹੰਕਾਰੀ ਜੀਭ ਨੂੰ ਕੱਟ ਦੇ। ਅੱਜ ਬਹੁਤ ਹੰਕਾਰ ਆ ਸਾਡੇ ਵਿੱਚ, ਬਹੁਤ ਹੰਕਾਰ। ਕਈਆਂ ਕੋਲ ਪੈਸੇ ਦਾ ਹੰਕਾਰ ਆ, ਕਈ ਪੈਸੇ ਦਾ ਹੰਕਾਰ ਕਰਦੇ ਆ, ਕਈ ਆਪਣੀ ਪੜ੍ਹਾਈ ਦਾ ਹੰਕਾਰ ਕਰਦੇ ਆ, ਕਈ ਆਪਣੀ ਪ੍ਰਾਪਰਟੀ ਦਾ ਹੰਕਾਰ ਕਰਦੇ ਆ, ਤੇ ਏਦਾਂ ਹੀ ਬਹੁਤ ਸਾਰੀਆਂ ਦੁਨਿਆਵੀ ਚੀਜ਼ਾਂ ਦਾ ਹੰਕਾਰ ਇਨਸਾਨਾਂ ਦੇ ਦੁਆਰਾ ਕੀਤਾ ਜਾਂਦਾ ਹੈ। ਲੇਕਿਨ ਸਾਨੂੰ ਹੰਕਾਰ ਪਤਾ ਕਿਸ ਗੱਲ ਦਾ ਕਰਨਾ ਚਾਹੀਦਾ ਹੈ? ਕਿ ਅਸੀਂ ਪਰਮੇਸ਼ਰ ਦੇ ਧੀਆਂ ਪੁੱਤਰ ਹਾਂ। ਸਾਨੂੰ ਇਸ ਗੱਲ ਦਾ ਹੰਕਾਰ ਕਰਨਾ ਚਾਹੀਦਾ ਆ ਕਿ ਸਾਨੂੰ ਪਰਮੇਸ਼ਰ ਨੇ ਆਪਣੇ ਸਰੂਪ ਦੇ ਉੱਤੇ ਬਣਾਇਆ। ਸਾਨੂੰ ਇਸ ਗੱਲ ਦਾ ਹੰਕਾਰ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਪਰਮੇਸ਼ਰ ਨੂੰ ਜਾਣਦੇ ਹਾਂ, ਅਸੀਂ ਉਸ ਦੀ ਆਰਾਧਨਾ ਕਰਦੇ ਹਾਂ। ਸਾਨੂੰ ਇਸ ਗੱਲ ਦਾ ਹੰਕਾਰ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਸਾਡੇ ਨਾਲ ਪਿਆਰ ਕੀਤਾ। ਹਾਲੇਲੂਇਆ, ਹਾਲੇਲੂਇਆ। ਸੋ ਮੈਂ ਅਗਲੇ ਵਚਨ ਦੇ ਉੱਤੇ, ਇਸੇ ਵਚਨ ਦੇ ਉੱਤੇ ਆਉਣਾ ਆ। ਲਿਖਿਆ ਹੰਕਾਰੀ ਜੀਭ ਨੂੰ ਕੱਟ ਦੇ। ਇਹੋ ਜਿਹੇ ਲੋਕ ਕਹਿੰਦੇ ਹਨ ਅਸੀਂ ਆਪਣੀਆਂ ਗੱਲਾਂ ਦੇ ਸਹਾਰੇ ਸਫਲ ਹੋਵਾਂਗੇ। ਸਾਡਾ ਮਾਲਕ ਕੌਣ ਹੋ ਸਕਦਾ ਹੈ? ਸਾਡੇ ਮੂੰਹ ਸਾਡੇ ਆਪਣੇ ਅਧਿਕਾਰ ਵਿੱਚ ਹਨ। ਪਰਮੇਸ਼ਰ ਨੇ, ਜਿੱਦਾਂ ਮੈਂ ਪਹਿਲਾਂ ਦੱਸਿਆ, ਆਜ਼ਾਦੀ ਦਿੱਤੀ ਇਨਸਾਨ ਨੂੰ। ਇਨਸਾਨ ਕਹਿੰਦਾ ਕਿ ਸਾਡਾ ਮੂੰਹ ਸਾਡੇ ਅਧਿਕਾਰ ਦੇ ਵਿੱਚ ਆ, ਅਸੀਂ ਜੋ ਮਰਜ਼ੀ ਬੋਲੀਏ। ਅਸੀਂ ਤਾਂ ਕੁਝ ਵੀ ਬੋਲ ਸਕਦੇ ਹਾਂ, ਸਾਡੀ ਜੀਭ ਆ, ਅਸੀਂ ਜੋ ਮਰਜ਼ੀ ਬੋਲੀਏ। ਸਾਡਾ ਮੂੰਹ ਆ, ਅਸੀਂ ਜੋ ਮਰਜ਼ੀ ਕਹੀਏ। ਲੇਕਿਨ ਸਾਨੂੰ ਗਲਤ ਨਹੀਂ ਬੋਲਣਾ ਚਾਹੀਦਾ। ਗਲਤ ਬੋਲਣਾ ਇੱਕ ਪਾਪ ਆ, ਇੱਕ ਬੁਰਾਈ ਆ। ਸਾਡਾ ਗਲਤ ਬੋਲਣਾ ਸਾਨੂੰ ਕਿਤੇ ਅੰਧਕਾਰ ਵੱਲ ਨਾ ਲੈ ਜਾਵੇ। ਸਾਡਾ ਗਲਤ ਬੋਲਣਾ ਕਿਤੇ ਸਾਨੂੰ ਨਰਕ ਵੱਲ ਨਾ ਲੈ ਕੇ ਜਾਵੇ। ਅਸੀਂ ਪਰਮੇਸ਼ਰ ਦੇ ਬੇਟੇ ਬੇਟੀਆਂ ਆ, ਅਸੀਂ ਸਵਰਗ ਦੇ ਵਿੱਚ ਜਾਣਾ ਆ, ਕਿਉਂਕਿ ਉਸਨੇ ਵਾਅਦਾ ਕੀਤਾ ਕਿ ਉਹ ਸਾਨੂੰ ਲੈਣ ਆਵੇਗਾ। ਉਹ ਨਹੀਂ ਚਾਹੁੰਦਾ ਕਿ ਇੱਕ ਵੀ ਰੂਹ ਨਾਸ਼ ਹੋਵੇ। ਉਹ ਸਭ ਦੇ ਨਾਲ ਪਿਆਰ ਕਰਦਾ ਹੈ। ਹਾਲੇਲੂਇਆ। ਜਦੋਂ ਉਹ ਸੰਸਾਰ ਦੇ ਵਿੱਚ ਆਇਆ, ਉਹਨੇ ਕਿਹਾ ਕਿ ਮੈਂ ਧਰਮੀਆਂ ਦੇ ਲਈ ਨਹੀਂ, ਮੈਂ ਪਾਪੀਆਂ ਦੇ ਲਈ ਆਇਆ। ਹਾਲੇਲੂਇਆ, ਹਾਲੇਲੂਇਆ। ਸੋ ਮੈਂ ਅੱਗੇ ਜਦੋਂ ਆਉਂਦਾ ਆ,
ਉਸੇ ਵਚਨ ਦੇ ਉੱਤੇ ਕਹਿੰਦਾ ਆਪਣੀਆਂ ਗੱਲਾਂ ਦੇ ਸਹਾਰੇ ਸਫਲ ਹੋਵਾਂਗੇ। ਆਦਮੀ ਕਹਿੰਦਾ ਕਿ ਮੈਂ ਆਪਣੀਆਂ ਗੱਲਾਂ ਦੇ ਸਹਾਰੇ ਸਫਲ ਹੋ ਜਾਵਾਂਗਾ, ਆਪਣੀਆਂ ਚੋਪੜੀਆਂ ਗੱਲਾਂ ਕਰਕੇ ਮੈਂ ਸਫਲ ਹੋ ਜਾਵਾਂਗਾ। ਲੇਕਿਨ ਜੇ ਅਸੀਂ ਏਦਾਂ ਹੀ ਸਫਲ ਹੋਣਾ ਹੁੰਦਾ ਤੇ ਫਿਰ ਪਰਮੇਸ਼ਵਰ ਦੇ ਅਨੁਗ੍ਰਹਿ ਦੀ ਸਾਡੇ ਉੱਤੇ ਕੀ ਲੋੜ ਸੀ? ਅਸੀਂ ਤਾਂ ਕਹਿੰਦੇ ਆ ਹੇ ਪ੍ਰਭੂ ਸਾਡੇ ਉੱਤੇ ਦਇਆ ਕਰ। ਜੇ ਉਹਦੀ ਦਇਆ ਹੋਊਗੀ, ਜੇ ਉਹਦੀ ਕਿਰਪਾ ਹੋਊਗੀ, ਫੇਰ ਹੀ ਅਸੀਂ ਸਫਲ ਹੋ ਸਕਦੇ ਹਾਂ। ਅਸੀਂ ਆਪਣੀਆਂ ਗੱਲਾਂ ਦੇ ਨਾਲ ਸਫਲ ਨਹੀਂ ਹੋ ਸਕਦੇ ਮੇਰੇ ਅਜ਼ੀਜ਼ੋ। ਇਹ ਤੁਹਾਡਾ ਵਹਿਮ ਆ, ਇਹ ਇਨਸਾਨਾਂ ਦਾ, ਇਹ ਲੋਕਾਂ ਦਾ ਵਹਿਮ ਆ ਕਿ ਉਹ ਆਪਣੀਆਂ ਗੱਲਾਂ ਦੇ ਨਾਲ ਸਫਲ ਹੋਵੋਗੇ। ਪਰਮੇਸ਼ਵਰ ਦਾ ਅਨੁਗ੍ਰਹਿ ਬਹੁਤ ਜ਼ਰੂਰੀ ਹੈ। ਉਸ ਦੇ ਅਨੁਗ੍ਰਹਿ ਨੂੰ ਮੰਗੋ, ਉਸ ਦੀ ਦਇਆ ਨੂੰ ਮੰਗੋ, ਉਸ ਦੇ ਅਧੀਨ ਰਹੋ। ਉਹ ਸਾਡਾ ਸਿਰਜਣਹਾਰ ਹੈ, ਉਸਨੇ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ ਹੈ। ਹਾਲੇਲੂਇਆ। ਅੱਗੇ ਜਦੋਂ ਮੈਂ ਅਗਲੇ ਵਚਨ ਪੜ੍ਹਦਾ ਆ, ਕਹੌਤਾਂ 18:21 ਦੇ ਵਿੱਚ ਲਿਖਿਆ, ਮਨੁੱਖ ਦੀ ਜੀਭ ਮੌਤ ਦਾ ਜੀਵਨ ਦੇ ਸਕਦੀ ਹੈ। ਮਨੁੱਖ ਦੀ ਜੀਭ ਮੌਤ ਜਾਂ ਫਿਰ ਜੀਵਨ ਇੱਕ ਚੀਜ਼ ਦੇ ਸਕਦੀ ਹੈ। ਇਹ ਦੋਨੋਂ ਚੀਜ਼ਾਂ ਨਹੀਂ ਦੇ ਸਕਦੀ। ਜਾਂ ਮੌਤ ਦੇ ਸਕਦੀ ਹੈ ਜਾਂ ਜੀਵਨ ਦੇ ਸਕਦੀ ਹੈ। ਹੁਣ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਮੌਤ ਲੈਣੀ ਹੈ ਜਾਂ ਜੀਵਨ ਲੈਣਾ ਹੈ। ਜੀਵਨ ਇਹ ਨਹੀਂ ਹੈ ਕਿ ਅਸੀਂ ਅੱਜ ਜਿਉਂਦੇ ਹਾਂ, ਜੀਵਨ ਆ ਇੱਕ ਅਨੰਤ ਕਾਲ ਦੇ ਜੀਵਨ ਬਾਰੇ ਗੱਲ ਹੋ ਰਹੀ ਹੈ। ਔਰ ਮੌਤ ਜਿਹੜੀ ਆ ਉਹ ਵੀ ਇੱਕ ਦੁਨਿਆਵੀ ਮੌਤ ਨਹੀਂ ਹੈ, ਉਹ ਵੀ ਇੱਕ ਅਨੰਤ ਕਾਲ ਦੀ ਮੌਤ, ਸਦਾ ਦੀ ਮੌਤ, ਉਸ ਦੇ ਬਾਰੇ ਗੱਲ ਹੋ ਰਹੀ ਹੈ। ਹੁਣ ਤੁਸੀਂ ਇਹ ਸੋਚੋ ਅੱਜ ਤੁਸੀਂ ਜੇ ਮਰ ਜਾਓ ਤਾਂ ਅੱਜ ਤੁਸੀਂ ਕਿੱਥੇ ਹੋਵੋਗੇ? ਸਵਰਗ ਦੇ ਵਿੱਚ ਜਾਂ ਨਰਕ ਦੇ ਵਿੱਚ? ਮੁਕਤੀ ਤੁਸੀਂ ਜਿਉਂਦੇ ਜੀ ਪ੍ਰਾਪਤ ਕਰ ਸਕਦੇ ਹੋ ਮੇਰੇ ਜੀਜ਼ੂ। ਅੱਜ ਤੁਸੀਂ ਸੋਚੋ ਕਿ ਤੁਸੀਂ ਕਿਹੜੀ ਜਗ੍ਹਾ ਤੇ ਸਟੈਂਡ ਕਰ ਰਹੇ ਹੋ। ਕੀ ਤੁਸੀਂ ਪਰਮੇਸ਼ਵਰ ਦੇ ਨਾਲ ਚੱਲ ਰਹੇ ਹੋ? ਕੀ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ? ਕੀ ਅੱਜ ਅਸੀਂ ਚੰਗੇ ਹਾਂ? ਕੀ ਅਸੀਂ ਅੱਜ ਸਾਡੇ ਮੂੰਹੋਂ ਚੰਗੇ ਬੋਲ ਨਿਕਲਦੇ ਹਨ ਜਾਂ ਮਾੜੇ ਬੋਲ ਨਿਕਲਦੇ ਹਨ? ਜੇ ਮਾੜੇ ਨਿਕਲਦੇ ਹਨ ਤੇ ਫਿਰ ਤੁਸੀਂ ਮੌਤ ਲੈ ਸਕਦੇ ਹੋ, ਫਿਰ ਤੁਹਾਨੂੰ ਜੀਵਨ ਨਹੀਂ ਮਿਲ ਸਕਦਾ। ਹਾਲੇਲੂਇਆ। ਇਨਸਾਨ ਜੀਭ ਨੂੰ ਕਾਬੂ ਵਿੱਚ ਰੱਖਣਾ ਇਨਸਾਨ ਦਾ ਬਹੁਤ ਕਠਿਨ ਹੈ, ਮੈਂ ਜਾਣਦਾ ਹਾਂ, ਕਿਉਂਕਿ ਅਸੀਂ ਇੱਕ ਐਸੀ ਦੁਨੀਆ ਤੇ ਰਹਿੰਦੇ ਹਾਂ ਜਿੱਥੇ ਪਾਪ ਬਹੁਤ ਜ਼ਿਆਦਾ ਹੈ, ਜੋ ਪਾਪ ਦੇ ਨਾਲ ਭਰਿਆ ਹੋਇਆ ਹੈ। ਲੇਕਿਨ ਪਰਮੇਸ਼ਵਰ ਦਾ ਅਨੁਗ੍ਰਹਿ ਹੈ ਜੋ ਸਾਡੇ ਉੱਤੇ ਕੰਮ ਕਰਦਾ ਹੈ। ਉਸ ਦੇ ਦੁਆਰਾ ਅਸੀਂ ਆਪਣੀ ਜੀਭ ਨੂੰ ਕਾਬੂ ਵਿੱਚ ਰੱਖ ਸਕਦੇ ਹਾਂ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ। ਹਾਲੇਲੂਇਆ। ਅਗਲਾ ਵਚਨ ਜਦੋਂ ਮੈਂ ਉਸੇ ਵਚਨ ਤੇ ਆਉਂਦਾ ਹਾਂ, ਕਹਿੰਦਾ ਮਨੁੱਖ ਦੀ ਜੀਭ ਮੌਤ ਜਾਂ ਜੀਵਨ ਦੇ ਸਕਦੀ ਹੈ। ਆਪਣੇ ਮੂੰਹੋਂ ਬੋਲ ਕੱਢਣ ਵਾਲੇ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਲੇਲੂਇਆ। ਉਹੀ ਗੱਲ ਆ ਗਈ ਕਿ ਤੁਸੀਂ ਜੀਵਨ ਲਈ ਜਾਂ ਮੌਤ ਲਈ ਤਿਆਰ ਹੋ। ਅੱਜ ਤੁਸੀਂ ਕਿਹਦੇ ਲਈ ਤਿਆਰ ਆ? ਮੌਤ ਦੇ ਲਈ ਜਾਂ ਜੀਵਨ ਦੇ ਲਈ? ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਜੀਵਨ ਦੇਣ ਆਇਆ ਅਤੇ ਬਹੁਤਾਤ ਦਾ ਜੀਵਨ ਦੇਣ ਆਇਆ। ਹਾਲੇਲੂਇਆ। ਉਹ ਸਾਨੂੰ ਮੌਤ ਦੇਣ ਨਹੀਂ ਆਇਆ, ਉਹ ਤਾਂ ਸਾਨੂੰ ਬਹੁਤ ਪਿਆਰ ਕਰਦਾ ਹੈ। ਉਸਨੇ ਆਪਣੇ ਆਪ ਨੂੰ ਸਾਡੇ ਲਈ ਕਰੂਸ ਦੇ ਉੱਤੇ ਕੁਰਬਾਨ ਕਰ ਦਿੱਤਾ। ਉਹ ਸਾਡੇ ਲਈ ਮਰ ਗਿਆ, ਉਹ ਸਾਡੇ ਲਈ ਜੀਵਤ ਹੋ ਗਿਆ ਔਰ ਸਵਰਗ ਦੇ ਵਿੱਚ ਚੜ ਗਿਆ। ਤੇ ਉਸਨੇ ਕਿਹਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਜਾ ਰਿਹਾ ਹਾਂ। ਸਾਨੂੰ ਤਿਆਰ ਰਹਿਣਾ ਚਾਹੀਦਾ ਹੈ, ਉਸ ਦੇ ਨਾਲ ਜਾਣ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ, ਕਿਉਂਕਿ ਉਹ ਇੱਕ ਦਿਨ ਸਾਨੂੰ ਲੈਣ ਆਉਣ ਵਾਲਾ ਹੈ। ਹਾਲੇਲੂਇਆ। ਅੱਗੇ ਜਦੋਂ ਮੈਂ ਅਗਲੇ ਵਚਨ ਤੇ ਜਾਂਦਾ ਆ, ਕਹੌਤਾਂ 12:18 ਦੇ ਵਿੱਚ ਲਿਖਿਆ ਆ, ਬਿਨਾਂ ਸੋਚੇ ਸਮਝੇ ਬੋਲੇ ਸ਼ਬਦ ਤਿੱਖੀ ਤਲਵਾਰ ਵਾਂਗ ਚੁੱਭਦੇ ਹਨ, ਪਰ ਸਮਝਦਾਰ ਦੁਆਰਾ ਬੋਲੇ ਸ਼ਬਦ ਮਰਹਮ ਦਾ ਕੰਮ ਕਰਦੇ ਹਨ। ਹਾਲੇਲੂਇਆ। ਮੈਂ ਅੱਗੇ ਵੀ ਕਿਹਾ ਕਿ ਤੁਹਾਡੇ ਸ਼ਬਦ ਕਿਸੇ ਨੂੰ ਮਾਰ ਵੀ ਸਕਦੇ ਆ, ਕਿਸੇ ਦਾ ਕਤਲ ਵੀ ਕਰ ਸਕਦੇ ਆ, ਤੇ ਤੁਹਾਡੇ ਸ਼ਬਦ ਕਿਸੇ ਨੂੰ ਮਰਹਮ ਵੀ ਦੇ ਸਕਦੇ ਆ। ਹਾਲੇਲੂਇਆ। ਕਿਸੇ ਦੀ ਸੱਟ ਦੇ ਉੱਤੇ ਮਰਹਮ ਦਾ ਕੰਮ ਵੀ ਕਰ ਸਕਦੇ ਆ। ਉਹਨੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਸ਼ਬਦਾਂ ਦੇ ਦੁਆਰਾ ਤਿੱਖੀ ਤਲਵਾਰ ਵਾਂਗ ਕੰਮ ਕਰਨਾ ਹੈ ਜਾਂ ਇੱਕ ਮਰਹਮ ਦਾ ਕੰਮ ਕਰਨਾ ਹੈ ਕਿਸੇ ਦੇ ਲਈ। ਮੇਰੇ ਅਜ਼ੀਜ਼ੋ, ਜਦੋਂ ਅਸੀਂ ਗੁੱਸੇ ਦੇ ਨਾਲ ਕਿਸੇ ਨੂੰ ਗਲਤ ਸ਼ਬਦ ਕਹਿ ਦਿੰਦੇ ਆ, ਕਿਸੇ ਨੂੰ ਮਾੜਾ ਚੰਗਾ ਕਹਿ ਦਿੰਦੇ ਆ, ਤੁਹਾਨੂੰ ਪਤਾ ਉਹਦੇ ਦਿਲ ਤੇ ਵੱਜਦੀ ਹੈ ਤੇ ਉਹਨੂੰ ਕਿੰਨਾ ਦੁੱਖ ਲੱਗਦਾ ਹੈ। ਉਹ ਇੱਕ ਮਰਨਾ ਹੀ ਆ, ਉਹ ਮਰਨ ਦੇ ਬਰਾਬਰ ਹੀ ਆ, ਕਿਸੇ ਨੂੰ ਮਾਰਨ ਦੇ ਬਰਾਬਰ ਹੀ ਆ। ਇਸ ਲਈ ਸਾਨੂੰ ਚੰਗੇ ਬੋਲ ਬੋਲਣੇ ਚਾਹੀਦੇ ਹਨ। ਹਮੇਸ਼ਾ ਇੱਕ ਦੂਸਰੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਸੇ ਨੂੰ ਡੀਮੋਟੀਵੇਟ ਕਦੇ ਨਹੀਂ ਕਰਨਾ ਚਾਹੀਦਾ,
कि तू ये कर ही नहीं सकता, तू तो इदा हो ही नहीं सकता। हमेशा उत्साहित करना चाहिए है एक दूसरे को। हालेलुया। अगले जो मैं वचन ते आंदा आ, तुसी नोट करना चाहते हो, तुसी नालों नाल कर सकते हो पिछे जाके। अयूब की किताब 27 अध्याय ते 3 ते 4 वचन च लिखिया आ, जदों तक वो मेरे विच है, जदों वो मेरे विच प्राण नूं रखेगा, मैं कोई कुवचन अपने मूहों नहीं कड्डांगा ते मेरी जीभ झूठ नहीं बोलेगी। हालेलुया। अयूब दी कहानी तुसी जानते हो, जिहड़े नहीं जानते मैं दस दिंदा आ। अयूब बहुत ही फोड़ियां दे नाल भरिया होया है, ਉਹਦਾ सब कुछ उजड़ गया है, सब कुछ तबाह हो चुकिया है। उसकी घरवाली ने कहा कि परमेश्वर नूं तू छड्ड दे, क्योंकि तू तो मरन वाला है। परमेश्वर ने तेरे सिर तो अपना हथ चक लिया, तू परमेश्वर नूं छड्ड दे, परमेश्वर हुण तेरी नहीं सुनदा। लेकिन उसने कहा कि जदों तक परमेश्वर मेरे विच प्राण नूं रखेगा, चाहे वह जिन्ना मर्जी वह बीमार आ, जिन्ना मर्जी ਉਹਦਾ स्किन सारी गली हुई आ, ਉਹਦਾ मांस गलदा जा रहा है, लेकिन वो कहता जदों तक परमेश्वर मेरे विच प्राण नूं रखेगा, मैं कोई भी कुवचन नहीं बोलांगा, कोई भी इदां दी गल मैं नहीं कवांगा। सानू माड़ा जिहा दर्द होण लग पैंदा है, दुख आ जांदा है, असीं परमेश्वर नूं माड़ा चंगा बोलण लग पैंदे हैं कि परमेश्वर तू साडे नाल इदां क्यों कीता। असीं सवाल जवाब करन लग पैंदे हैं। लेकिन अजीजो, इस दे विच भी भलाई है। परमेश्वर जो करता है साडी भलाई दे लई करता है। हालेलुया। साडे ते दुख भी आउंदा, परीक्षा भी आउंदी आ, वो साडी भलाई दे लई हुंदी है। हालेलुया। सो अगे जो मैं पढ़दा आ, कहावतां 13:3 उत्थे लिखिया, अपना मूँह बंद रखना अपना जीवन बचाउणा है। हालेलुया। ਉਹੀ ਗੱਲਾਂ बार-बार ਤੁਸੀਂ ਸੁਣਦੇ ਹੋ। ਇਹ वचन ਸਾਡੇ ਲਈ ਬਹੁਤ ਜ਼ਰੂਰੀ ਆ, ਅਸੀਂ ਇਸ ਨੂੰ ਚੇਤੇ ਰੱਖਣਾ ਆ। ਇਸ ਦਾ ਚੇਤੇ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਅਸੀਂ ਇਸ ਨੂੰ ਚੇਤੇ ਰੱਖਾਂਗੇ, ਅਸੀਂ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਹਾਲੇਲੂਇਆ। ਕਹਿੰਦਾ ਆਪਣਾ ਮੂੰਹ ਬੰਦ ਰੱਖਣਾ ਆਪਣੇ ਜੀਵਨ ਨੂੰ ਬਚਾਉਣਾ ਹੈ, ਪਰ ਆਪਣਾ ਮੂੰਹ ਅਧਿਕ ਖੋਲਣ ਵਾਲਾ ਆਪਣਾ ਜੀਵਨ ਨਾਸ਼ ਕਰਦਾ ਹੈ। ਕਈ ਲੋਕਾਂ ਦੀ ਆਦਤ ਹੁੰਦੀ ਬਹੁਤ ਜ਼ਿਆਦਾ ਬੋਲਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਆ, ਉਹ ਸੋਚਦੇ ਬਿਲਕੁਲ ਨਹੀਂ, ਬਸ ਬੋਲਦੇ ਹੀ ਆ। ਲੇਕਿਨ ਸਾਡੀ ਜ਼ੁਬਾਨ ਦਿਲ ਦੇ ਪਿੱਛੇ ਹੋਣੀ ਚਾਹੀਦੀ ਹੈ। ਪਹਿਲਾਂ ਸਾਨੂੰ ਸੋਚਣਾ ਚਾਹੀਦਾ ਆ, ਫਿਰ ਬੋਲਣਾ ਚਾਹੀਦਾ ਹੈ। ਹਾਲੇਲੂਇਆ। ਦਿਲ ਦੇ ਨਾਲ। ਸੋ ਅੱਗੇ ਜਦੋਂ ਮੈਂ ਵਚਨ ਪੜ੍ਹਦਾ, ਅਕਸ਼ੀਆਂ ਦੀ ਕਿਤਾਬ ਉਸਦਾ 4 ਅਧਿਆਇ ਤੇ 29ਵਾਂ ਵਚਨ ਕੀ ਕਹਿੰਦਾ ਆ? ਕਹਿੰਦਾ ਤੁਹਾਡੇ ਮੂੰਹ ਵਿੱਚੋਂ ਕੋਈ ਕੁਵਚਨ ਨਾ ਨਿਕਲੇ, ਪਰ ਸਗੋਂ ਇਹੋ ਜਿਹੇ ਭਲੇ ਵਚਨ ਨਿਕਲਣ ਜਿਨ੍ਹਾਂ ਤੋਂ ਸੁਣਨ ਵਾਲੇ ਲੋੜਵੰਦ ਨੂੰ ਲਾਭ ਪਹੁੰਚੇ ਅਤੇ ਉਹਨਾਂ ਦੀ ਉਸਾਰੀ ਹੋਵੇ। ਮੈਂ ਅੱਗੇ ਗੱਲ ਕੀਤੀ ਕਿ ਇੱਕ ਦੂਸਰੇ ਨੂੰ ਆਪਾਂ ਇੱਕ ਦੂਸਰੇ ਦੀ ਉਸਾਰੀ ਕਰਨੀ ਹੈ, ਉਤਸ਼ਾਹਿਤ ਕਰਨਾ ਇੱਕ ਦੂਸਰੇ ਨੂੰ। ਆਪਾਂ ਕਦੀ ਵੀ ਡੀਮੋਟੀਵੇਟ ਨਹੀਂ ਕਰਨਾ ਚਾਹੀਦਾ, ਲੇਕਿਨ ਹਮੇਸ਼ਾ ਇਦਾਂ ਕਹਿਣਾ ਚਾਹੀਦਾ ਹੈ ਕਿ ਪਰਮੇਸ਼ਵਰ ਤੇਰੇ ਨਾਲ ਹੈ, ਪਰਮੇਸ਼ਵਰ ਤੈਨੂੰ ਇਕੱਲਿਆਂ ਕਦੇ ਨਹੀਂ ਛੱਡਦਾ। ਉਸਦੇ ਵਚਨ ਵਿੱਚ ਲਿਖਿਆ ਹੈ ਉਸਨੇ कि मैं तेनू कदे छड्डांगा नहीं, ना त्यागांगा। वो साडे नाल बहुत प्यार करता है, बहुत प्यार करता है अजीजों। अगे जो मैं अगला वचन पढ़दा आ, कहावतां 18:19 दे विच लिखिया, मदद आउण वाला भरा पक्के शहर की तरह भरा दा बचाव करता है, पर जेकर उस झगड़ा कीता होवे तां ओह लोड़ पैण समय मूँह फेर लैंदा है। अज असीं एक दूसरे नाल झगड़ा कर लैंदे आ, ਤੇ ਜਦੋਂ ਸਾਨੂੰ ਲੋੜ ਪੈਂਦੀ ਆ ਫਿਰ ਅਗਲਾ ਕੰਮ ਨਹੀਂ ਆਉਂਦਾ। ਇਸ ਲਈ ਝਗੜਾ 2 ਮਿੰਟ ਦਾ ਹੋਣਾ ਚਾਹੀਦਾ ਆ। ਸਾਨੂੰ ਉਸੇ ਟਾਈਮ ਭੁੱਲ ਜਾਣਾ ਚਾਹੀਦਾ, ਅਸੀਂ ਯਾਦ ਰੱਖਦੇ ਹਾਂ, ਸਾਨੂੰ ਯਾਦ ਨਹੀਂ ਰੱਖਣਾ ਚਾਹੀਦਾ। ਪਰਮੇਸ਼ਵਰ ਜਦ ਸਾਡੇ ਪਾਪਾ ਨੂੰ ਯਾਦ ਨਹੀਂ ਰੱਖਦਾ, ਫਿਰ ਅਸੀਂ ਕਿਉਂ ਯਾਦ ਰੱਖਦੇ ਹਾਂ? ਇਸ ਲਈ ਅਜ਼ੀਜ਼ੋ, ਸਾਨੂੰ ਯਾਦ ਬਿਲਕੁਲ ਨਹੀਂ ਰੱਖਣਾ ਚਾਹੀਦਾ, ਸਾਨੂੰ ਉਸੇ ਟਾਈਮ ਭੁੱਲ ਜਾਣਾ ਚਾਹੀਦਾ ਹੈ ਝਗੜਾ। ਲੇਕਿਨ ਅਸੀਂ ਯਾਦ ਰੱਖਦੇ ਹਾਂ ਕਿ ਬਦਲਾ ਲਵਾਂਗੇ, तेरे नाल बदला एक दिन जरूर लवांगे। तू साडे नाल माड़ी कीती, असी तेरे नाल डबल माड़ी करांगे। लेकिन नहीं, बदला लेना मसीही इंसान की फितरत नहीं, बिल्कुल नहीं। बदला नहीं लेना चाहिए कदे भी, माफ कर देना चाहिए है। हालेलुया। अगे जो मैं अगला वचन पढ़दा आ,
ਮਤੀ 12:36 ਦੇ ਵਿੱਚ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਆ? ਕਹਿੰਦਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਨਿਆਂ ਵਾਲੇ ਦਿਨ ਹਰ ਆਦਮੀ ਨੂੰ ਆਪਣੇ ਮੂੰਹ ਵਿੱਚੋਂ ਨਿਕਲੇ ਹਰ ਇੱਕ ਬੁਰੇ ਸ਼ਬਦ ਦਾ ਹਿਸਾਬ ਦੇਣਾ ਪਵੇਗਾ। ਨਿਆਂ ਵਾਲੇ ਦਿਨ ਉਹਨੇ ਇੱਕ ਦਿਨ ਸਾਨੂੰ ਲੈਣ ਆਉਣਾ ਆ ਤੇ ਸਾਡਾ ਨਿਆਂ ਹੋਣਾ ਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕੀ ਕੀਤਾ। ਜੇ ਅਸੀਂ ਗਲਤ ਕੰਮ ਕੀਤੇ ਆ, ਆਪਣੇ ਮੂੰਹੋਂ ਕੁਵਚਨ ਕੱਢੇ ਆ, ਆਪਣੇ ਮੂੰਹੋਂ ਗਲਤ ਚੀਜ਼ਾਂ ਕੱਢੀਆਂ, ਗਾਲਾਂ ਕੱਢੀਆਂ, ਕਿਸੇ ਨੂੰ ਮਾੜਾ ਚੰਗਾ ਬੋਲਿਆ, ਉਸ ਦਾ ਹਿਸਾਬ, ਹਰ ਇੱਕ ਬੋਲ ਦਾ ਹਿਸਾਬ ਸਾਨੂੰ ਦੇਣਾ ਪੈਣਾ ਆ। ਹਰ ਇੱਕ ਬੋਲ ਦਾ ਹਿਸਾਬ ਸਾਨੂੰ ਦੇਣਾ ਪੈਣਾ ਅਜ਼ੀਜ਼ੋ, ਨਿਆਂ ਵਾਲੇ ਦਿਨ। ਇਸ ਲਈ ਸਾਨੂੰ ਚਾਹੀਦਾ ਆ, ਸਾਨੂੰ ਹਮੇਸ਼ਾ ਉਸ ਅੱਗ ਨੂੰ ਦੇਖਣਾ ਚਾਹੀਦਾ ਆ ਤੇ ਡਰਨਾ ਚਾਹੀਦਾ ਹੈ ਕਿ ਉਹ ਅੱਗ ਕਿੰਨੀ ਭਿਅੰਕਰ ਆ, ਨਰਕ ਦੀ ਅੱਗ, ਜੋ ਕਦੇ ਵੀ, ਜਿਸ ਦੇ ਵਿੱਚ ਇਨਸਾਨ ਕਦੇ ਵੀ ਮਰਦਾ ਨਹੀਂ, ਉਹ ਤੜਪਦਾ ਰਹਿੰਦਾ ਆ। ਉਸ ਦੇ ਵਿੱਚ ਕੀੜੇ ਆ, ਉਸ ਅੱਗ ਦੇ ਵਿੱਚ। ਹਾਲੇਲੂਇਆ। ਉਹ ਨਾ ਬੁਝਣ ਵਾਲੀ ਅੱਗ ਹੈ। ਤੇ ਸਵਰਗ ਕਿੰਨਾ ਸੁੰਦਰ ਹੈ। ਇਸ ਲਈ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਆਪਣੇ ਜ਼ਿਹਨ ਦੇ ਵਿੱਚ ਕਿ ਅਸੀਂ ਉਸ ਅੱਗ ਦੇ ਵਿੱਚ ਨਹੀਂ ਜਾਣਾ। ਪਰਮੇਸ਼ਵਰ ਵੀ ਨਹੀਂ ਚਾਹੁੰਦਾ ਕਿ ਤੁਸੀਂ ਨਰਕ ਦੇ ਵਿੱਚ ਜਾਓ। ਉਹ ਤਾਂ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨਾਲ ਸਵਰਗ ਦੇ ਵਿੱਚ ਬੈਠ ਕੇ ਭੋਜਨ ਕਰੋ। ਉਹ ਤਾਂ ਕਹਿੰਦਾ ਹੈ ਕਿ ਮੈਂ ਖੜਕੜਾਉਂਦਾ ਹਾਂ, ਜੋ ਖੋਲੇਗਾ ਉਸ ਦੇ ਨਾਲ ਮੈਂ ਭੋਜਨ ਕਰਾਂਗਾ। ਹਾਲੇਲੂਇਆ। ਅੱਗੇ ਜਦੋਂ ਮੈਂ ਅਗਲਾ ਵਚਨ ਦੇਖਦਾ ਹਾਂ, ਕੁਲਸੀਆਂ 3:8 ਦੇ ਵਿੱਚ ਲਿਖਿਆ, ਪਰ ਹੁਣ ਤੁਸੀਂ ਮਸੀਹੀ ਹੋਣ ਦੇ ਨਾਤੇ ਇਹ ਸਭ ਚੀਜ਼ਾਂ ਤਿਆਗ ਦੇਵੋ। ਕਿਹੜੀਆਂ ਚੀਜ਼ਾਂ? ਅਰਥਾਤ ਗੁੱਸੇ ਨੂੰ ਤਿਆਗ ਦੇਵੋ। ਗੁੱਸਾ ਇਨਸਾਨ ਤੋਂ ਪਾਪ ਕਰਾਉਂਦਾ ਹੈ। ਜੀ ਹਾਂ, ਗੁੱਸਾ ਇਨਸਾਨ ਤੋਂ ਪਾਪ ਕਰਾਉਂਦਾ ਹੈ। ਜਦੋਂ ਸਾਨੂੰ ਗੁੱਸਾ ਚੜ੍ਹਦਾ, ਅਸੀਂ ਅਗਲੇ ਦਾ ਬੁਰਾ ਸੋਚਦੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਇਹਦਾ ਬੁਰਾ ਕਰੀਏ, ਕਿਸੇ ਤਰ੍ਹਾਂ ਵੀ ਇਸ ਦਾ ਬੁਰਾ ਕਰੀਏ। ਕਈ ਲੋਕ ਤਾਂ ਇੱਕ ਦੂਸਰੇ ਦਾ ਕਤਲ ਵੀ ਕਰ ਦਿੰਦੇ ਗੁੱਸੇ ਦੇ ਵਿੱਚ। ਇਸ ਲਈ ਗੁੱਸੇ ਨੂੰ ਤਿਆਗ ਦੇਵੋ। ਅੱਗੇ ਕਹਿੰਦਾ ਚਿੜਚਿੜੇ ਸੁਭਾਅ ਨੂੰ ਤਿਆਗ ਦਿਓ। ਚਿੜਚਿੜਾ ਸੁਭਾਅ ਬਿਲਕੁਲ ਨਹੀਂ ਹੋਣਾ ਚਾਹੀਦਾ, ਬਲਕਿ ਇੱਕ ਪਿਆਰ ਵਾਲਾ ਸੁਭਾਅ ਹੋਣਾ ਚਾਹੀਦਾ ਹੈ। ਸਾਰਿਆਂ ਦੀ ਗੱਲ ਸੁਣਨ ਵਾਲਾ ਸੁਭਾਅ ਹੋਣਾ ਚਾਹੀਦਾ ਹੈ। ਹਾਲੇਲੂਇਆ। ਕਈ ਇਨਸਾਨ ਕਿਸੇ ਦੀ ਸੁਣਨਾ ਨਹੀਂ ਚਾਹੁੰਦੇ, ਆਪਣੀਆਂ ਹੀ ਮਰਜ਼ੀਆਂ ਕਰਦੇ ਆ, ਆਪਣੀ ਰਾਏ ਰੱਖਦੇ ਆ, ਕਿਸੇ ਦੀ ਰਾਏ ਲੈਣਾ ਪਸੰਦ ਨਹੀਂ ਕਰਦੇ। ਲੇਕਿਨ ਸਾਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਚਿੜਚਿੜਾ ਸੁਭਾਅ ਬਿਲਕੁਲ ਨਹੀਂ ਸਾਡਾ ਹੋਣਾ ਚਾਹੀਦਾ। ਉਸ ਤੋਂ ਬਾਅਦ ਕਹਿੰਦਾ ਮੰਦ ਭਾਵਨਾ, ਨਿੰਦਾ ਅਤੇ ਭੈੜੇ ਬੋਲ ਬੋਲਣੇ। ਭੈੜੇ ਬੋਲ ਬਿਲਕੁਲ ਨਹੀਂ ਬੋਲਣੇ ਚਾਹੀਦੇ। ਗਾਲਾਂ ਬਿਲਕੁਲ ਨਹੀਂ ਕੱਢਣੀਆਂ ਚਾਹੀਦੀਆਂ। ਹਾਲੇਲੂਇਆ। ਆਖਰੀ ਵਚਨ ਪੜ੍ਹ ਕੇ ਮੈਂ ਸਮਾਪਤੀ ਕਰਾਂਗਾ। ਕੁਲਸੀਆਂ 4:6 ਦੇ ਵਿੱਚ ਲਿਖਿਆ ਆ, ਤੁਹਾਡਾ ਬੋਲਚਾਲ ਹਰ ਸਮੇਂ ਸੋਹਣਾ ਹੋਵੇ, ਨਾ ਕਿ ਰੁੱਖਾ। ਤੁਹਾਡਾ ਬੋਲਚਾਲ ਸੋਹਣਾ ਹੋਣਾ ਚਾਹੀਦਾ ਹੈ, ਰੁੱਖਾ ਨਹੀਂ ਹੋਣਾ ਚਾਹੀਦਾ। ਹਾਲੇਲੂਇਆ। ਕਈ ਲੋਕੀ ਸੋਚਦੇ ਆ ਕਿ ਅਸੀਂ ਸੋਹਣੇ ਆ, ਲੇਕਿਨ ਸੋਹਣਾ ਇਨਸਾਨ ਸਿਰਫ ਸਰੀਰ ਤੋਂ ਨਹੀਂ ਹੁੰਦਾ, ਸਿਰਫ ਦੇਖਣ ਤੋਂ ਨਹੀਂ ਹੁੰਦਾ, ਉਹ ਚਾਲ ਚੱਲਣ ਤੋਂ ਸੋਹਣਾ ਹੁੰਦਾ ਹੈ ਕਿ ਉਹ ਕੀ ਬੋਲਦਾ ਪਿਆ ਹੈ। ਸੁੰਦਰਤਾ ਉਸ ਦੀ ਮਿਠਾਸ ਦੇ ਵਿੱਚ ਹੁੰਦੀ ਆ, ਸੁੰਦਰਤਾ ਉਸ ਦੇ ਚਿਹਰੇ ਦੇ ਵਿੱਚ ਨਹੀਂ ਹੁੰਦੀ। ਹਾਲੇਲੂਇਆ। ਤੇ ਤੁਸੀਂ ਅੱਜ ਤੈਅ ਕਰਨਾ ਆ ਕਿ ਅੱਜ ਤੁਸੀਂ ਸੁੰਦਰ ਹੋ ਜਾਂ ਨਹੀਂ। ਸਿਰਫ ਚਿਹਰੇ ਦੇ ਵਿੱਚੋਂ ਨਹੀਂ, ਆਪਣੇ ਬੋਲਾਂ ਦੇ ਨਾਲ। ਕੀ ਤੁਸੀਂ ਅੱਜ ਆਪਣੇ ਬੋਲਾਂ ਦੇ ਰਾਹੀਂ ਆਪਣੀ ਸੁੰਦਰਤਾ ਨੂੰ ਦਿਖਾਉਂਦੇ ਪਏ ਹੋ ਜਾਂ ਨਹੀਂ ਦਿਖਾਉਂਦੇ ਪਏ? ਅੱਜ ਤੁਸੀਂ ਸੋਚਣਾ ਹੈ। ਅੱਗੇ ਲਿਖਿਆ, ਤੁਹਾਡਾ ਬੋਲਚਾਲ ਹਰ ਸਮੇਂ ਸੋਹਣਾ ਹੋਵੇ, ਨਾ ਕਿ ਰੁੱਖਾ। ਤੁਹਾਨੂੰ ਹਰ ਇੱਕ ਨਾਲ ਗੱਲ ਕਰਨ ਦਾ ਢੰਗ ਤਰੀਕਾ ਆਉਣਾ ਚਾਹੀਦਾ ਹੈ। ਹਾਲੇਲੂਇਆ। ਅਸੀਂ ਸਟੱਡੀ ਕਰਦੇ ਹਾਂ, ਐਜੂਕੇਸ਼ਨ ਲੈਂਦੇ ਹਾਂ, ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ, ਫਿਰ ਕਾਲਜਾਂ ਦੇ ਵਿੱਚ ਪੜ੍ਹਦੇ ਹਾਂ। ਕਿਉਂ? ਉਹ ਪੜ੍ਹਾਈ ਸਾਡੇ ਕੰਮ ਤਾਂ ਨਹੀਂ ਆਉਂਦੀ, ਇੱਕ ਡਿਗਰੀ ਜ਼ਰੂਰ ਮਿਲ ਜਾਂਦੀ ਹੈ, ਲੇਕਿਨ ਸਾਨੂੰ ਚੱਲਣ ਦਾ ਤਰੀਕਾ, ਬੈਠਣ ਦਾ ਤਰੀਕਾ, ਖਾਣ ਦਾ ਤਰੀਕਾ, ਕਿਸੇ ਦੇ ਨਾਲ ਬੋਲਣ ਦਾ ਤਰੀਕਾ, ਔਰ ਇਹ ਚੀਜ਼ਾਂ ਜਿਹੜੀਆਂ ਆ, ਬਿਹੇਵੀਅਰ ਜਿਹੜਾ ਆ, ਉਹ ਸਾਡਾ ਸਹੀ ਹੋ ਜਾਂਦਾ ਆ। ਆਪਾਂ ਕਹਿ ਦਿੰਦੇ ਆ ਨਾ ਕਿ ਉਹ ਪੜ੍ਹਿਆ ਲਿਖਿਆ ਬੰਦਾ ਆ, ਅਸੀਂ ਉਸਦੇ ਬਿਹੇਵੀਅਰ ਨੂੰ ਜੱਜ ਕਰਕੇ ਕਹਿੰਦੇ ਆ ਕਿ ਉਹ ਪੜ੍ਹਿਆ ਲਿਖਿਆ ਬੰਦਾ ਆ। ਇਸੇ ਤਰ੍ਹਾਂ ਜੇ ਅਸੀਂ ਅੱਜ ਆਪਣਾ ਬਿਹੇਵੀਅਰ ਠੀਕ ਕਰਨਾ ਚਾਹੁੰਦੇ ਆ ਤੇ ਸਾਨੂੰ ਪਵਿੱਤਰ ਸ਼ਾਸਤਰ ਬਾਈਬਲ ਪੜ੍ਹਨੀ ਚਾਹੀਦੀ ਆ। ਅੱਜ ਬਾਈਬਲ ਨੂੰ ਉਠਾਓ ਤੇ ਦੇਖੋ ਉਸ ਵਿੱਚ ਪਰਮੇਸ਼ਵਰ ਨੇ ਤੁਹਾਡੇ ਬਾਰੇ ਕੀ ਲਿਖਿਆ ਆ। ਬਾਈਬਲ ਇੱਕ ਸ਼ੀਸ਼ਾ ਆ, ਤੁਹਾਡੀ ਤਸਵੀਰ ਸਾਹਮਣੇ ਆ ਜਾਏਗੀ। ਹਾਲੇਲੂਇਆ। ਬਾਈਬਲ ਨੂੰ ਉਠਾਓ ਅਜ਼ੀਜ਼ੋ,
ਉਸ ਦੇ ਵਿੱਚ ਪਰਮੇਸ਼ਵਰ ਨੇ ਤੁਹਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਆ ਤੇ ਤੁਸੀਂ ਸੋਚਦੇ ਹੋ ਕਿ ਉਹ ਵਾਅਦੇ ਕਿਉਂ ਨਹੀਂ ਪੂਰੇ ਹੋ ਰਹੇ। ਤੁਹਾਡੇ ਵਿੱਚ ਕੋਈ ਨਾ ਕੋਈ ਕਮੀ ਹੋਵੇਗੀ ਕਿ ਬਾਈਬਲ ਸਾਰੀ ਵਾਅਦਿਆਂ ਦੇ ਨਾਲ ਭਰੀ ਹੋਈ ਆ। ਪਰਮੇਸ਼ਵਰ ਬਰਕਤਾਂ ਦੇ ਨਾਲ ਇਨਸਾਨ ਨੂੰ ਮਾਲਾ ਮਾਲ ਕਰਨਾ ਚਾਹੁੰਦਾ ਆ, ਸਵਰਗੀ ਬਰਕਤਾਂ ਦੇ ਨਾਲ। ਅਸੀਂ ਅੱਜ ਦੁਨਿਆਵੀ ਬਰਕਤਾਂ ਭਾਲਣਾ ਚਾਹੁੰਦੇ ਹਾਂ, ਅਸੀਂ ਅੱਜ ਦੁਨਿਆਵੀ ਬਰਕਤਾਂ ਭਾਲਦੇ ਹਾਂ। ਸਾਨੂੰ ਗੱਡੀ ਮਿਲ ਜੇ, ਸਾਨੂੰ ਮਕਾਨ ਮਿਲ ਜੇ, ਅਸੀਂ ਕੈਨੇਡਾ ਚਲ ਜਾਈਏ, ਸਾਡੇ ਕੋਲ ਪੈਸਾ ਹੋਵੇ ਤੇ ਉਹ ਸਾਰੀਆਂ ਚੀਜ਼ਾਂ ਹੋਣ ਜਿਸ ਦੇ ਨਾਲ ਇੱਕ ਇਨਸਾਨ ਦੂਸਰੇ ਇਨਸਾਨ ਦੀ ਇੱਜ਼ਤ ਕਰਦਾ ਹੈ। ਅੱਜ ਹੋ ਵੀ ਇਦਾਂ ਹੀ ਰਿਹਾ ਹੈ, ਪਰ ਪਰਮੇਸ਼ਵਰ ਤੁਹਾਨੂੰ ਸਵਰਗੀ ਬਰਕਤਾਂ ਦੇਣਾ ਚਾਹੁੰਦਾ ਹੈ। ਹਾਲੇਲੂਇਆ। ਸੋ ਅਜ਼ੀਜ਼ੋ, ਮੇਰਾ ਇੰਨਾ ਕੁ ਮੈਸੇਜ ਕਬੂਲ ਕਰਿਓ ਔਰ ਜ਼ਰੂਰ ਇਸ ਗੱਲ ਤੇ ਮਨਨ ਕਰਿਓ, ਇਸ ਗੱਲ ਤੇ ਧਿਆਨ ਕਰਿਓ ਕਿ ਆਪਣੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਆ। ਔਰ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੂੰ ਸਮਝ ਆਇਆ ਹੋਵੇਗਾ ਮੇਰਾ ਮੈਸੇਜ। ਮੈਨੂੰ ਦਿਓ ਇਜਾਜ਼ਤ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਪ੍ਰੇਜ਼ ਦ ਲਾਰਡ।